श्री नानक पद पंकज बंदन पद पंकज बंदना सिमरो अंगद दोख निकंदना अमरदास गुर हृदय त्यावो हृदय त्यावो श्री गुरु रामदास गुण गावो श्री अर्जन विघ्नन के नाशक विघ्नन के नाशक हर गोबिंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी तेग बहादुर परम कृपाला जी परम कृपाला श्री गुरु गोबिंद सिंह बिसाला तरों तरा पर पुन पुन सीसा पुन पुन सीसा बंदों बार बार जगदीसा जिसमें है अमृत ज्ञान है मानक भगत बैराग श्री गुरु ग्रंथ साहिब उदद बंदों कर अनुराग एक अंकारा सतगुरु ते प्रसाद सत होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए बिगसा पोहन बाब सुन बाणी मत जाकी विषयन लपटानी जुगो जुग अटल साहिब श्री गुरु ग्रंथ साहिब जी महाराज जी की पावन पवित्र हजूरी अंदर आदब सत्कार दे नाल जुड़मल बैठे अत सत्कारयोग सत्संगी जानो दोवें हाथ जोड़ के फतेह प्रवान करो आखो जी वाहिगुरु जी का खालसा वाहिगुरु जी की फतेह। सतगुरां जी की अपार बख्शिश हुई है कि सानू इस सुभाग समा प्राप्त होया जिथे रोजाना सतगुरां जी की अमृतमय बाणी का रस पिंडा कीर्तन सरवण करते हाँ उस दे नाल नाल कथा विचारां दे नाल भी सांझ पाउण दा यतन करते हैं। चल रही लड़ीवार कथा के तहत पिछले दीवाना दे विच असीं श्री गुरु नानक प्रकाश दे विच पूर्वरात अध्याय 20वें दा प्रसंग सरवण करते आ रहे हैं। पिछले दीवाना दे विच असीं इत्थों तक विचार सरवण कीते सन कि धन गुरु नानक साहिब जी महाराज अपने जीजा जी भाई जय राम जी दे नाल रल मिल के नवाब दौलत खां लोधी दे कोल जांदे ने ते जाके लेखा जोखा करन दे बाबत विचार चर्चा चलती है। नवाब दौलत खां लोधी जदों धन गुरु नानक साहिब जी महाराज जी नूं वेखदा है तां सवाल करदा भी तुहाडा नाम की है। तां जिथे पातशाह जी अपना नाम दसदे ने भी मेरा नाम नानक निरंकारी है ते नवाब दौलत खां लोधी नूं इस पद दे इस शब्द दे अर्थ ना पता होने के कारण आखदा भी मैं तुहाडे नाम नूं चंगी तरह समझ नहीं सकिया, किरपा करके विस्तार दे नाल समझाउणा करो। तां नाल खड़े भाई जय राम जी नानक पद दे अर्थ करदे करदे समझाउणा करदे ने ते जदों भाई जय राम जी नानक पद दे अर्थ करके नवाब दौलत खां लोधी नूं सुणाउणा करदे ने तां नवाब दौलत खां लोधी जिहड़ा किते दुनिया दे लोकां दीआं
ਇਸ ਸਮਾਜ ਦੇ ਲੋਕਾਂ ਦੀਆਂ ਚੁਗਲੀਆਂ ਸੁਣ ਕੇ ਜਿਹਦੇ ਮਨ ਦੇ ਵਿੱਚ ਕਿਤੇ ਭਰਮ ਪੈਦਾ ਹੋਇਆ ਸੀ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਅਨੇਕਾਂ ਤਰ੍ਹਾਂ ਦੇ ਸ਼ੰਕੇ ਪੈਦਾ ਹੋਏ ਸਨ, ਜਿਹੜਾ ਵਿਸ਼ਾ ਵਿਕਾਰਾਂ ਦੇ ਵਿੱਚ ਫਸਿਆ ਹੋਇਆ ਸੀ। ਤੇ ਜਦੋਂ ਇਸ ਨਾਨਕ ਪਦ ਦੇ ਅਰਥ ਸਰਵਣ ਕੀਤੇ ਤਾਂ ਮਨ ਦੇ ਵਿੱਚ ਖੁਸ਼ੀ ਪੈਦਾ ਹੋ ਗਈ, ਮਨ ਦੇ ਵਿੱਚ ਚਾਉ ਪੈਦਾ ਹੋਇਆ। ਇਹ ਅਰਥ ਸੁਣ ਕੇ ਨਵਾਬ ਦੌਲਤ ਖਾਨ ਲੋਧੀ ਬਹੁਤ ਖੁਸ਼ ਹੋਇਆ ਤੇ ਅਸੀਂ ਇੱਥੋਂ ਤੱਕ ਵਿਚਾਰ ਸਰਵਣ ਕਰ ਚੁੱਕੇ ਸਾਂ। ਆਓ ਅਗਲੇ ਪ੍ਰਸੰਗ ਦੀ ਲੜੀ ਆਰੰਭ ਕਰਨ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦੇ ਹੋਇਆਂ ਆਪਣੀ ਰਸਨਾ ਤੋਂ ਉਚਾਰਨ ਕਰੀਏ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਬਿਗਸਾ ਬਹੁ ਨਵਾਬ ਸੁਨ ਬਾਣੀ, ਮਤ ਜਾਂਕੀ ਵਿਚਿਆਣ ਲਪਟਾਨੀ। ਜਦੋਂ ਭਾਈ ਜੈ ਰਾਮ ਜੀ ਨੇ ਨਾਨਕ ਪਦ ਦੇ ਅਰਥ ਕੀਤੇ ਨੇ ਤੇ ਆਖਿਆ ਵੀ ਭਾਈ ਜਿਵੇਂ ਸਾਡੇ ਸਮਾਜ ਦੇ ਵਿੱਚ ਇਸਲਾਮ ਮਤ ਦੇ ਨਾਲ ਸੰਬੰਧ ਰੱਖਣ ਵਾਲੇ ਜਿੰਨੇ ਵੀ ਵੇਦ ਕਿਤਾਬ ਨੇ ਜਾਂ ਹੋਰ ਇਸਲਾਮ ਮਤ ਦੇ ਨਾਲ ਸੰਬੰਧ ਰੱਖਣ ਵਾਲੀਆਂ ਧਾਰਮਿਕ ਪੁਸਤਕਾਂ ਨੇ, ਜਿਵੇਂ ਉਸ ਪੁਸਤਕਾਂ ਦੇ ਵਿੱਚ ਖੁਦਾ ਨੂੰ ਬੇਅੰਤ ਆਖਿਆ ਗਿਆ, ਇਵੇਂ ਇਹ ਨਾਨਕ ਵੀ ਬੇਅੰਤ ਹੈ, ਇਹਦਾ ਅੰਤ ਨਹੀਂ ਪਾਇਆ ਜਾ ਸਕਦਾ, ਇਹਦੀ ਮਹਿਮਾ ਦਾ ਕਥਨ ਨਹੀਂ ਕੀਤਾ ਜਾ ਸਕਦਾ। ਤੇ ਜਿਵੇਂ ਅਸੀਂ ਉਸ ਅੱਲਾਹ ਤਾਲਾ ਦੀਆਂ ਸਿਫਤ ਸਲਾਹਾਂ ਕਰਦੇ ਹਾਂ ਤੇ ਪਰ ਕਿਸੇ ਹੱਦ ਬੰਨੇ ਤੱਕ ਨਹੀਂ ਜਾ ਸਕਦੇ। ਕੋਈ ਇਹ ਨਹੀਂ ਬਿਆਨ ਸਕਦਾ ਕਿ ਪਰਮਾਤਮਾ ਏਡਾ ਕੁ ਹੈ ਜਾਂ ਉਸ ਦਾ ਆਕਾਰ ਇੰਨਾ ਵੱਡਾ ਹੈ। ਤੇ ਇਸੇ ਤਰ੍ਹਾਂ ਇਸ ਨਾਨਕ ਦੀ ਵੀ ਕੋਈ ਮਹਿਮਾ ਲਿਖੀ ਨਹੀਂ ਜਾ ਸਕਦੀ। ਤੇ ਨਵਾਬ ਦੌਲਤ ਖਾਨ ਲੋਧੀ ਜੀ ਨੇ ਜਦੋਂ ਜੈ ਰਾਮ ਜੀ ਦੀ ਗੱਲ ਸੁਣੀ, ਬਿਗਸਾ ਬਹੁ ਨਵਾਬ ਸੁਨ ਬਾਣੀ, ਨੇ ਨਵਾਬ ਬਾਣੀ ਦਾ ਭਾਵ ਹੁੰਦਾ ਬੋਲਚਾਲ। ਤੇ ਜਦੋਂ ਨਵਾਬ ਨੇ ਜੈ ਰਾਮ ਜੀ ਦੀ ਗੱਲ ਸੁਣੀ, ਬੋਲਚਾਲ ਸੁਣੀ, ਬਿਗਸਾ ਦਾ ਭਾਵ ਹੈ ਖੁਸ਼ੀ। ਕਹਿੰਦੇ ਨਵਾਬ ਜੈ ਰਾਮ ਜੀ ਦੀ ਗੱਲ ਸੁਣ ਕੇ ਬਹੁਤ ਖੁਸ਼ ਹੋਇਆ ਹੈ। ਮਤ ਜਾਗੀ ਵਿਸ਼ਿਆਂ ਲਪਟਾਨੀ, ਜਿਸ ਦੀ ਅਕਲ ਵਿਸ਼ਿਆਂ ਵਿਕਾਰਾਂ ਦੇ ਵਿੱਚ ਗ੍ਰਸੀ ਹੋਈ ਸੀ। ਕਰਤ ਕੁਤਰ ਤਹਿ ਬੋਲਿਓ ਬੈਨਾ, ਮੋਦੀ ਵਿਆਹ ਲਿਓ ਕਿਤ ਕਹਿਣਾ। ਤੇ ਫਿਰ ਨਵਾਬ ਦੌਲਤ ਖਾਨ ਲੋਧੀ ਅੱਗਿਓਂ ਸਵਾਲ ਕਰਦਾ ਹੈ। ਨਵਾਬ ਦੌਲਤ ਖਾਨ ਲੋਧੀ ਨੇ ਵੀ ਹੁਣ ਕੁਝ ਪੁੱਛਣਾ ਕੀਤਾ ਹੈ। ਮੋਦੀ ਵਿਆਹ ਲਿਓ ਕਿ ਕਹਿਣਾ, ਕਿ ਕਹਿੰਦੇ ਜਿਹੜਾ ਇਹ ਮੋਦੀ ਹੈ ਨਾ, ਭਾਵ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਕਹਿੰਦਾ ਇਹਨਾਂ ਦਾ ਵਿਆਹ ਹੋਇਆ ਹੈ ਜਾਂ ਨਹੀਂ। ਕਹਿ ਜੈ ਰਾਮ ਅਬ ਲੋ ਨਾ ਵਿਵਾਹਾ, ਭਾਵ ਸੰਬੰਧ ਆਏ ਹੈ ਸਾਹਾ। ਹੁਣ ਜੈ ਰਾਮ ਜੀ ਨਵਾਬ ਦੌਲਤ ਖਾਨ ਲੋਧੀ ਦੇ ਸਵਾਲ ਦਾ ਜਵਾਬ ਦਾ ਅਰਥ ਕਰਦੇ ਨੇ, ਉੱਤਰ ਦਿੰਦੇ ਨੇ, ਆਖਦੇ ਨੇ ਅਬ ਲੋ ਨਾ ਵਿਵਾਹਾ, ਕਹਿੰਦੇ ਹੁਣ ਤੱਕ ਤਾਂ ਇਹਦਾ ਵਿਆਹ ਨਹੀਂ ਹੋਇਆ, ਪਰ ਭਾਵ ਸੰਬੰਧ, ਕਹਿੰਦੇ ਇਹਨਾਂ ਦਾ ਸੰਬੰਧ ਜੁੜ ਗਿਆ, ਭਾਵ ਸਗਾਈ ਹੋ ਗਈ ਹੈ, ਰਿਸ਼ਤਾ ਪੱਕਾ ਹੋ ਗਿਆ ਹੈ। ਆਏ ਹੈ ਸਾਹਾ, ਛੇਤੀ ਹੀ ਕਹਿੰਦੇ ਸਾਹੇ ਚਿੱਠੀ ਵੀ ਆ ਜਾਵੇਗੀ। ਤਬ ਪ੍ਰਤਾਪ ਕੋ ਪਾਏ ਅਲੰਬਾ, ਹੋਏ ਵਿਆਹ ਅਬ ਕਛ ਨਾ ਬਿਲੰਬਾ। ਤੇ ਨਵਾਬ ਦੌਲਤ ਖਾਨ ਲੋਧੀ ਨੂੰ ਜੈ ਰਾਮ ਜੀ ਆਖਦੇ ਨੇ, ਕਹਿੰਦੇ ਤੁਹਾਡੀ ਕਿਰਪਾ ਦੇ ਨਾਲ, ਤੁਹਾਡੇ ਆਸਰੇ ਦੇ ਨਾਲ ਹੀ ਇਹ ਸਾਰਾ ਕਾਰਜ ਹੋਇਆ। ਤੇ ਕਹਿੰਦੇ ਅਸੀਂ ਵੀ ਹੁਣ ਵਿਆਹ ਦੇ ਵਿੱਚ ਬਹੁਤੀ ਦੇਰੀ ਨਹੀਂ ਕਰਾਂਗੇ। ਆਸ ਸੁਣ ਬੋਲਿਓ ਦੌਲਤ ਖਾਨਾ, ਸਿਫਤੀ ਬੰਦਾ ਨਿਜੇ ਬਖਾਨਾ। ਹੁਣ ਨਵਾਬ ਦੌਲਤ ਖਾਨ ਲੋਧੀ ਜੀ ਆਖਦੇ ਨੇ ਵੀ ਭਾਈ ਮੈਂ ਵੀ ਇਸ ਮੋਦੀ ਦੀ ਸਿਫਤ ਸਲਾਹ ਸੁਣੀ ਹੈ, ਬਹੁਤ ਵਾਰੀ ਇਹਨਾਂ ਦੀ ਸਿਫਤ ਸਲਾਹ ਵੀ ਸੁਣੀ ਹੈ। ਇਹ ਸਿਫਤੀ ਦੇ ਲਾਇਕ ਹੈ। ਸੋ ਸਤ ਬਾਤ ਤਵੇ ਲੋ ਬਰਨੀ, ਜਬ ਲੋ ਕਰ ਮੈਂ ਆਏ ਨ ਤਰਨੀ। ਕਹਿੰਦੇ ਪਰ ਸੱਚੀ ਗੱਲ ਤਾਂ ਇਹ ਹੈ, ਸੱਚ ਤਾਂ ਉਦੋਂ ਹੀ ਪਤਾ ਲੱਗੇਗਾ, ਕਹਿੰਦੇ ਜਦੋਂ ਇਹਨਾਂ ਦਾ ਵਿਆਹ ਹੋ ਗਿਆ। ਤੇ ਵਿਆਹ ਹੋਣ ਤੋਂ ਬਾਅਦ ਇੱਕ ਵਹੁਟੀ ਇਹਨਾਂ ਦੇ ਘਰ ਆਵੇਗੀ। ਜਦੀ ਸਤੀ ਤਪਸੀ ਰਿਖ ਜੇਤੇ, ਪਾਰ ਨ ਪਏ ਜਿਨੇ ਕਿਨੇ ਤੇ। ਨਵਾਬ ਦੌਲਤ ਖਾਨ ਲੋਧੀ ਜੀ ਆਖਦੇ ਨੇ ਹੁਣ ਤੱਕ ਤਾਂ ਕਹਿੰਦੇ ਇਹਨਾਂ ਦੀ ਸਿਫਤ ਸਲਾਹ ਸੁਣੀ ਹੈ, ਤੇ ਪਰ ਕਹਿੰਦੇ ਜਿੰਨੇ ਵੀ ਜਤੀ ਹੋਏ ਨੇ, ਜਿੰਨੇ ਵੀ ਤਪਸਵੀ ਹੋਏ ਨੇ, ਜਿੰਨੇ ਵੀ ਸਤੀ ਹੋਏ ਨੇ, ਜਾਂ ਜਿੰਨੇ ਵੀ ਰਿਖੀ ਹੋਏ ਨੇ, ਇਹ ਸਾਰੇ ਜਿਨ੍ਹਾਂ ਦੀ ਗਿਣਤੀ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ।
ਇਹ ਸਾਰੇ ਦੇ ਕਹਿੰਦੇ ਇਸਤਰੀਆਂ ਦੇ ਦਰਸ਼ਨ ਕਰਕੇ ਇਹ ਆਪਣੇ ਪੰਧ ਤੋਂ, ਆਪਣੇ ਉਸ ਜਿਸ ਰਾਹ ਦੇ ਉੱਤੇ ਇਹ ਚੱਲ ਰਹੇ ਸਨ, ਜਿਸ ਮੰਜ਼ਿਲ ਵੱਲ ਜਾਣ ਦੇ ਲਈ ਇਹਨਾਂ ਨੇ ਇਹ ਤਪ ਧਾਰਨ ਕੀਤੇ ਸਨ, ਅਨੇਕਾਂ ਤਰ੍ਹਾਂ ਦੇ ਤਪ ਕੀਤੇ ਸਨ, ਜਤੀ ਹੋਏ ਸਨ। ਪਰ ਕਹਿੰਦੇ ਜਦੋਂ ਵੀ ਇਹਨਾਂ ਰਿਸ਼ੀਆਂ ਨੇ, ਜਤੀਆਂ ਨੇ, ਸਤੀਆਂ ਨੇ ਇਸਤਰੀਆਂ ਦੇ ਦਰਸ਼ਨ ਕੀਤੇ ਨੇ, ਕਹਿੰਦੇ ਇਹਨਾਂ ਦੇ ਜਾਲ ਦੇ ਵਿੱਚ ਫਸ ਗਏ ਨੇ, ਮੋਹ ਦੇ ਵਿੱਚ ਪੈ ਗਏ ਨੇ। ਤੇ ਇਸ ਕਰਕੇ ਕਹਿੰਦੇ ਇਸ ਜਾਲ ਦੇ ਵਿੱਚੋਂ ਨਿਕਲਣਾ ਮੁਸ਼ਕਲ ਹੈ। ਦਰਸ਼ਨ ਅੰਗਨਾ ਜਾਰ ਮਹਾਨਾ, ਫਸੇ ਨਾ ਨਿਕਸੇ ਅਤ ਬਲਵਾਨਾ। ਕਹਿੰਦੇ ਇਸ ਮਹਾਜਾਲ ਦੇ ਵਿੱਚੋਂ ਨਿਕਲਣਾ ਬਹੁਤ ਮੁਸ਼ਕਲ ਹੈ। ਵੱਡੇ ਵੱਡੇ ਮਹਾਬਲੀ ਵੀ ਕਹਾਉਂਦੇ ਸੀ ਨਾ ਜਿਹੜੇ, ਉਹ ਵੀ ਇਸ ਜਾਲ ਦੇ ਵਿੱਚੋਂ ਬਚ ਨਹੀਂ ਸਕੇ। ਬੋਲੇ ਨਾਨਕ ਸੁਣਤ ਕੁਤਰ ਕਾ, ਖੰਡਨ ਹਿਤ ਆਸ਼ੇ ਤਹਿ ਉਰਕਾ। ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨਵਾਬ ਦੌਲਤ ਖਾਂ ਲੋਧੀ ਦੀ ਜਦੋਂ ਇਹ ਵਿਚਾਰ ਸੁਣਦੇ ਨੇ ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸਮੁੱਚੀ ਵਿਚਾਰ ਸੁਣਨ ਤੋਂ ਬਾਅਦ ਹੁਣ ਨਵਾਬ ਦੌਲਤ ਖਾਂ ਲੋਧੀ ਦੀ ਵਿਚਾਰ ਦਾ ਖੰਡਨ ਕੀਤਾ ਹੈ। ਜਿਨ ਕੋ ਮਨ ਹਰ ਪ੍ਰੇਮੇ ਪੂਰਾ, ਨਿਸਬਾ ਸੁਰ ਕਬ ਹੋਏ ਨਾ ਊਰਾ। ਕਹਿੰਦੇ ਜਿਨ੍ਹਾਂ ਦਾ ਮਨ ਅਸਲ ਕਰਕੇ ਪ੍ਰਮਾਤਮਾ ਦੇ ਪ੍ਰੇਮ ਦੇ ਵਿੱਚ ਭਿੱਜਿਆ ਹੋਵੇ ਨਾ, ਜਿਨ੍ਹਾਂ ਦਾ ਮਨ ਪਰਮਾਤਮਾ ਦੇ ਨਾਲ ਜੁੜਿਆ ਹੋਵੇ, ਜਿਨ੍ਹਾਂ ਨੇ ਆਪਣੇ ਮਨ ਦੇ ਵਿੱਚ ਪਰਮਾਤਮਾ ਨੂੰ ਪੱਕਾ ਕੀਤਾ ਹੋਵੇ, ਕਹਿੰਦੇ ਫਿਰ ਉਹ ਕਦੇ ਵੀ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਡੋਲਦੇ ਨਹੀਂ। ਤੇ ਨਾਲ ਹੀ ਨਾਲ ਫਿਰ ਆਖਦੇ ਨੇ, ਕਹਿੰਦੇ ਨਿਸਬਾਸਰ ਕਬ ਹੋਏ ਨਾ ਪੂਰਾ। ਉਹਨਾਂ ਦਾ ਮਨ ਦਿਨ ਰਾਤ ਪਰਮਾਤਮਾ ਦੇ ਪ੍ਰੇਮ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਤੇ ਕਦੇ ਵੀ ਉਹ ਮਨ ਉਹਨਾਂ ਦਾ ਖਾਲੀ ਨਹੀਂ ਹੁੰਦਾ। ਤਿਨ ਕੇ ਮਨ ਕਿਆ ਨਾਰ ਮਲੀਨੀ, ਭਾਵਤ ਜੋ ਦੁਰਗੰਧ ਭੀਨੀ। ਕਹਿੰਦੇ ਜਿਹੜੇ ਇਹਨਾਂ ਦੁਨਿਆਵੀ ਪਦਾਰਥਾਂ ਦੇ ਵਿੱਚ ਫਸ ਜਾਂਦੇ ਨੇ, ਦੁਨਿਆਵੀ ਪਦਾਰਥਾਂ ਦੇ ਮੋਹ ਦੇ ਵਸ ਪੈ ਕੇ ਆਪਣਾ ਜੀਵਨ ਖਰਾਬ ਕਰ ਲੈਂਦੇ ਨੇ, ਕਹਿੰਦੇ ਦੁਨਿਆਵੀ ਤੌਰ ਦੇ ਉੱਤੇ ਜਿੰਨੇ ਮਰਜ਼ੀ ਧਰਮ ਦੇ ਨਾਂ ਦੇ ਉੱਤੇ ਕਰਮ ਕਰੀ ਜਾਣ, ਉਹ ਉਨਾ ਚਿਰ ਤੱਕ ਪਖੰਡੀ ਨੇ ਜਿੰਨਾ ਚਿਰ ਤੱਕ ਉਹਨਾਂ ਨੇ ਆਪਣੇ ਮਨ ਦੇ ਵਿੱਚ ਪਰਮਾਤਮਾ ਨੂੰ ਧਾਰਨ ਨਹੀਂ ਕੀਤਾ। ਜਿਹੜੇ ਲੋਕ ਇਹ ਦੁਨਿਆਵੀ ਚੀਜ਼ਾਂ ਨੂੰ ਦੇਖ ਕੇ ਡੋਲ ਜਾਂਦੇ ਨੇ, ਇਹ ਉਹਨਾਂ ਦੀ ਇਹੀ ਨਿਸ਼ਾਨੀਆਂ ਵੀ ਉਹ ਅੰਦਰੋਂ ਟੁੱਟੇ ਹੋਏ ਨੇ, ਬਾਹਰੀ ਤੌਰ ਦੇ ਉੱਤੇ ਦਿਖਾਵਾ ਕਰ ਰਹੇ ਨੇ। ਤੇ ਜਿਨ੍ਹਾਂ ਦੇ ਮਨ ਦੇ ਵਿੱਚ ਪਰਮਾਤਮਾ ਦੇ ਪ੍ਰਤੀ ਪ੍ਰੀਤ ਪੈਦਾ ਹੋ ਗਈ, ਪਰਮਾਤਮਾ ਦੇ ਪ੍ਰਤੀ ਪਿਆਰ ਹੈ, ਸ਼ਰਧਾ ਭਾਵਨਾ ਹੈ, ਉਹ ਦੁਨਿਆਵੀ ਚੀਜ਼ਾਂ ਦੇ ਆਪਣੇ ਪਰਿਵਾਰਕ ਮੋਹ ਦੇ ਵਿੱਚ ਨਹੀਂ ਫਸਦੇ। ਅਸਤ ਕਰਤ ਮੱਸਾ ਪਲਵਾਰਾ, ਕਰੇ ਪ੍ਰੀਤ ਜੋ ਬਿਨਾ ਵਿਚਾਰਾ। ਤੇ ਕਹਿੰਦੇ ਜਿਹੜੇ ਫਿਰ ਇਹਨਾਂ ਆਪਣੇ ਧੀਆਂ ਪੁੱਤਰਾਂ ਨੂੰ, ਆਪਣੇ ਪਰਿਵਾਰ ਦੇ ਜੀਆਂ ਨੂੰ ਫਿਰ ਮੋਹ ਕਰਦੇ ਨੇ ਨਾ, ਕਹਿੰਦੇ ਉਹ ਫਿਰ ਵਿਚਾਰਹੀਨ ਨੇ। ਉਹਨਾਂ ਨੂੰ ਅਸਲ ਵਿਚਾਰ ਦਾ ਪਤਾ ਹੀ ਨਹੀਂ, ਉਹਨਾਂ ਨੂੰ ਅਸਲ ਗਿਆਨ ਦਾ ਪਤਾ ਹੀ ਨਹੀਂ, ਜਿਹੜੇ ਇਸ ਪਰਿਵਾਰ ਦੇ ਮੋਹ ਦੇ ਵਿੱਚ ਫਸ ਜਾਂਦੇ ਨੇ। ਇੱਕ ਗੱਲ ਇੱਥੇ ਵਿਚਾਰਨਯੋਗ ਹੈ, ਮੋਹ ਅਤੇ ਪਿਆਰ ਦੇ ਵਿੱਚ ਬਹੁਤ ਫਰਕ ਹੁੰਦਾ ਹੈ। ਦੇਖਣ ਨੂੰ ਦੋਵੇਂ ਸਮਾਨ ਅਰਥ ਨੇ, ਪਰ ਜਦੋਂ ਇਹਨਾਂ ਦੀ ਪਰਿਭਾਸ਼ਾ ਸਮਝਣ ਦਾ ਯਤਨ ਕਰਾਂਗੇ, ਵਿਚਾਰ ਕਰਨ ਦਾ ਯਤਨ ਕਰਾਂਗੇ ਨਾ, ਮੋਹ ਅਤੇ ਪਿਆਰ ਦੇ ਵਿੱਚ ਵੀ ਬਹੁਤ ਫਰਕ ਹੁੰਦਾ ਹੈ। ਜਦੋਂ ਕਿਸੇ ਚੀਜ਼ ਦੇ ਨਾਲ ਮੋਹ ਪੈ ਜਾਵੇ ਤਾਂ ਅਸੀਂ ਉਸ ਮੋਹ ਦੇ ਵਸ ਪੈ ਕੇ ਉਸ ਚੀਜ਼ ਨੂੰ ਬਚਾਉਣ ਦੀ ਖਾਤਰ, ਉਸ ਰਿਸ਼ਤੇ ਨੂੰ ਬਚਾਉਣ ਦੀ ਖਾਤਰ ਅਸੀਂ ਹਰੇਕ ਹੱਦ ਤੱਕ ਚਲੇ ਜਾਂਦੇ ਹਾਂ। ਜਦੋਂ ਤੱਕ ਕਿਸੇ ਚੀਜ਼ ਦੇ ਨਾਲ ਪਿਆਰ ਹੈ, ਚਾਹੇ ਉਹ ਸਾਡਾ ਕੋਈ ਰਿਸ਼ਤਾ ਹੋਵੇ, ਚਾਹੇ ਕੋਈ ਦੋਸਤੀ ਹੋਵੇ, ਜੇਕਰ ਅਸੀਂ ਉਸ ਦੇ ਨਾਲ ਪਿਆਰ ਕਰਦੇ ਹਾਂ, ਉਸ ਰਿਸ਼ਤੇ ਦੇ ਨਾਲ ਸਾਡਾ ਪਿਆਰ ਹੈ, ਤਾਂ ਚੇਤੇ ਰੱਖਣਾ ਅਸੀਂ ਉਸ ਰਿਸ਼ਤੇ ਨੂੰ ਬਚਾਉਣ ਦੀ ਖਾਤਰ ਜਿਹੜੀ ਚੀਜ਼ ਮਾੜੀ ਹੈ ਤਾਂ ਉਸ ਆਪਣੇ ਸਾਥੀ ਨੂੰ ਮਾੜੀ ਚੀਜ਼ ਕਰਨ ਤੋਂ ਰੋਕਾਂਗੇ, ਮਾੜੇ ਕੰਮ ਕਰਨ ਤੋਂ ਰੋਕਾਂਗੇ। ਪਰਿਵਾਰ ਦੇ ਜੀਆਂ ਦੇ ਨਾਲ ਪਿਆਰ ਪਾਉਣਾ ਕੋਈ ਮਾੜੀ ਗੱਲ ਨਹੀਂ, ਪਰ ਉਸ ਪਰਿਵਾਰ ਦੇ ਵਿੱਚ ਪੈ ਕੇ ਉਸ ਪਰਿਵਾਰ ਨੂੰ ਹੀ ਆਪਣਾ ਸਾਰਾ ਕੁਝ ਸਮਝ ਲੈਣਾ, ਇਹ ਮੋਹ ਹੁੰਦਾ ਹੈ। ਵੀ ਜਿਵੇਂ ਕਈ ਵਾਰ ਦੇਖਿਆ ਜਾਂਦਾ ਵੀ ਮੈਂ ਤਾਂ ਬਈ ਇਹ ਜੀ ਦੇ ਬਿਨਾਂ ਚੀਜ਼ ਦੇ ਬਿਨਾਂ ਜਿਉ ਨਹੀਂ ਸਕਦਾ, ਉਹ ਚੀਜ਼ ਮੋਹ ਹੈ। ਉਹ ਇੱਕ ਤਰ੍ਹਾਂ ਦਾ ਨਸ਼ਾ ਹੋ ਜਾਂਦਾ। ਉਹ ਮੋਹ ਰੋਟੀ ਦਾ ਵੀ ਹੋ ਸਕਦਾ, ਕਿਸੇ ਧਨ ਪਦਾਰਥ ਦਾ ਵੀ ਹੋ ਸਕਦਾ। ਤੇ ਇਸੇ ਤਰ੍ਹਾਂ ਪਾਤਸ਼ਾਹ ਜੀ ਸਮਝਾਉਣਾ ਕਰਦੇ ਨੇ ਵੀ ਭਾਈ, ਜਿਨ੍ਹਾਂ ਨੇ ਅਸਲ ਦੇ ਵਿੱਚ ਦੁਨਿਆਵੀ ਪਦਾਰਥਾਂ ਦੇ ਨਾਲ ਮੋਹ ਪਾਇਆ,
ਜਿਨ੍ਹਾਂ ਨੂੰ ਇਹ ਲੱਗਦਾ ਵੀ ਅਸੀਂ ਇਹਨਾਂ ਪਦਾਰਥਾਂ ਤੋਂ ਬਿਨਾਂ ਜਿਉਂ ਹੀ ਨਹੀਂ ਸਕਦੇ, ਤਾਂ ਇਹ ਗੱਲ ਪੱਕੀ ਹੈ ਵੀ ਉਹਨਾਂ ਨੇ ਆਪਣੇ ਮਨ ਦੇ ਵਿੱਚ ਪਰਮਾਤਮਾ ਨੂੰ ਧਾਰਨ ਨਹੀਂ ਕੀਤਾ। ਜਿਨ੍ਹਾਂ ਨੇ ਪਰਮਾਤਮਾ ਨੂੰ ਮਨ ਦੇ ਵਿੱਚ ਵਸਾ ਲਿਆ, ਪਰਮਾਤਮਾ ਨੂੰ ਸਮਝ ਲਿਆ, ਪਰਮਾਤਮਾ ਦਾ ਗਿਆਨ ਹਾਸਲ ਕਰ ਲਿਆ, ਜਿਨ੍ਹਾਂ ਨੂੰ ਇਸ ਵਿਚਾਰ ਦਾ ਪਤਾ ਲੱਗ ਗਿਆ, ਤੇ ਫਿਰ ਪਾਤਸ਼ਾਹ ਜੀ ਆਖਦੇ ਨੇ ਕਿ ਉਹ ਦੁਨਿਆਵੀ ਪਦਾਰਥਾਂ ਨੂੰ, ਇਹ ਸਰੀਰ ਦੇ ਮੋਹ ਦੇ ਮਗਰ ਪੈ ਕੇ ਆਪਣੀ ਜਿਹੜੀ ਮੰਜ਼ਿਲ ਹੈ ਉਸ ਤੋਂ ਭਟਕਦੇ ਨਹੀਂ। ਜੋ ਵਿਚਾਰ ਕਰ ਦੇਖੇ ਗਿਆਨੀ, ਏਕੇ ਬਸਤ ਨਾ ਨੀਕੀ ਜਾਨੀ। ਕਹਿੰਦੇ ਜੇ ਕੋਈ ਗਿਆਨੀ ਵਿਚਾਰ ਕੇ ਇਸ ਗੱਲ ਨੂੰ ਦੇਖੇ, ਇਸ ਗੱਲ ਨੂੰ ਜਾਣ ਲਵੇ, ਏਕੇ ਬਸਤ ਨਾ ਨੀਕੀ ਜਾਨੀ, ਤੇ ਫਿਰ ਉਹ ਇਸ ਸਿੱਟੇ ਤੱਕ ਪਹੁੰਚਦਾ ਹੈ ਵੀ ਭਾਈ ਦੁਨਿਆਵੀ ਪਿਆਰ, ਦੁਨਿਆਵੀ ਮੋਹ ਸਭ ਵਿਅਰਥ ਹੈ। ਤਾਤੇ ਤਾਕੀ ਕਰਤ ਨ ਪ੍ਰੀਤਾ, ਭਜੇ ਮੁਕੰਦ ਸੁਖਤ ਕੋ ਚੀਤਾ। ਤੇ ਇਸੇ ਤਰ੍ਹਾਂ ਕਹਿੰਦੇ ਫਿਰ ਉਸ ਵਿਚਾਰਵਾਨ ਮਨੁੱਖ ਨੂੰ ਇਸ ਗੱਲ ਦਾ ਇਲਮ ਹੋ ਜਾਂਦਾ, ਇਸ ਗੱਲ ਦਾ ਗਿਆਨ ਹੋ ਜਾਂਦਾ ਵੀ ਭਾਈ ਜਿੱਥੇ ਅਸੀਂ ਦੁਨਿਆਵੀ ਪਦਾਰਥਾਂ ਦੇ ਨਾਲ ਮੋਹ ਪਾਉਣਾ ਹੈ ਨਾ, ਉਹਦੇ ਨਾਲੋਂ ਚੰਗਾ ਅਸੀਂ ਪਰਮਾਤਮਾ ਦੀ ਸਿਫਤ ਸਲਾਹ ਕਰ ਲਈਏ, ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਦੇ ਵਿੱਚ ਵਸਾ ਲਈਏ। ਇਹ ਪਰਮਾਤਮਾ ਦਾ ਨਾਮ ਰੂਪੀ ਖਜ਼ਾਨਾ ਜਦੋਂ ਮਨ ਦੇ ਵਿੱਚ ਧਾਰਨ ਕਰਾਂਗੇ ਤਾਂ ਫਿਰ ਉਸ ਮਨੁੱਖ ਨੂੰ ਪਰਮਾਤਮਾ ਦਾ ਸਿਮਰਨ ਕਰਨਾ ਚੰਗਾ ਲੱਗਦਾ ਹੈ। ਦੌਲਤ ਖਾ ਲਖ ਦਿੜ ਪ੍ਰਤੀਤਾ, ਬੋਲਿਓ ਕੋਏ ਦਰਬ ਤੂੰ ਨੀਤਾ। ਹੁਣ ਨਵਾਬ ਦੌਲਤ ਖਾਂ ਲੋਧੀ ਨੇ ਕਿੱਥੇ ਇਹ ਵਿਚਾਰਾਂ ਆਪ ਆਰੰਭ ਕੀਤੀਆਂ ਸੀ ਵੀ ਭਾਈ ਹੁਣ ਤਾਂ ਇਹ ਧਨ ਦੌਲਤ ਇਸੇ ਤਰ੍ਹਾਂ ਲੁਟਾ ਰਿਹਾ, ਜਦੋਂ ਘਰ ਦੇ ਵਿੱਚ ਇਸਤਰੀ ਆ ਜਾਵੇਗੀ ਨਾ ਫਿਰ ਪਤਾ ਲੱਗੂ ਵੀ ਭਾਈ ਧਨ ਦੀ ਸੰਭਾਲ ਕਿਸ ਤਰ੍ਹਾਂ ਕਰਨੀ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੁਣ ਫਿਰ ਆਪਣਾ ਪੱਖ ਰੱਖਦੇ ਨੇ। ਇੱਥੇ ਨਵਾਬ ਦੌਲਤ ਖਾਂ ਲੋਧੀ ਨੇ ਇਹ ਆਖਿਆ ਸੀ ਵੀ ਇਸ ਪਰਿਵਾਰ ਦੇ ਮੋਹ ਤੋਂ ਤਾਂ ਵੱਡੇ ਵੱਡੇ ਰਿਸ਼ੀ ਮੁਨੀ ਨਹੀਂ ਬਚ ਸਕੇ, ਤੇ ਇਹ ਆਪ ਇਨਸਾਨ ਕੀ ਕਰੇਗਾ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣਾ ਪੱਖ ਰੱਖਿਆ ਵੀ ਭਾਈ ਜਿਹੜੇ ਅਸਲ ਦੇ ਵਿੱਚ ਪਰਿਵਾਰ ਦੇ ਮੋਹ ਦੇ ਵਿੱਚ ਫਸ ਗਏ ਉਹ ਪਰਮਾਤਮਾ ਦੇ ਨਾਲ ਜੁੜ ਹੀ ਨਹੀਂ ਸਕੇ। ਤੇ ਫਿਰ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਜਦੋਂ ਇਹ ਵਿਚਾਰ ਸੁਣੀ ਤੇ ਨਵਾਬ ਦੌਲਤ ਖਾਂ ਲੋਧੀ ਨੇ ਹੁਣ ਫਿਰ ਉਹ ਵਿਚਾਰ ਦਾ ਪਾਸਾ ਪਲਟ ਦਿੱਤਾ। ਦੌਲਤ ਖਾਂ ਲਖ ਦ੍ਰਿੜ ਪ੍ਰਤੀਤਾ, ਤੇ ਜਿੱਥੇ ਗੁਰੂ ਜੀ ਦੇ ਪ੍ਰਤੀ ਦ੍ਰਿੜ ਪ੍ਰਤੀਤ ਪੈਦਾ ਹੋਈ ਮਨ ਦੇ ਵਿੱਚ, ਨਾਲ ਹੀ ਨਾਲ ਫਿਰ ਹੁਣ ਅਗਲਾ ਪੱਖ ਰੱਖਿਆ, ਬੋਲਿਓ ਖੋਏ ਦਰਬ ਤੂੰ ਨੀਤਾ। ਦਰਬ ਦਾ ਭਾਵ ਹੁੰਦਾ ਧਨ ਪੈਸਾ। ਨਵਾਬ ਦੌਲਤ ਖਾਂ ਲੋਧੀ ਬੋਲੇ ਨੇ, ਕਹਿੰਦੇ ਤੂੰ ਤਾਂ ਰੋਜ਼ ਧਨ ਗਵਾਉਂਦਾ ਹੈ। ਮੋਹ ਸੋ ਕਹੇ ਆਏ ਨਰ ਪੂਰਾ, ਅਬ ਲੇਖਾ ਕਰ ਦੀਜੈ ਪੂਰਾ। ਕਹਿੰਦੇ ਇਸ ਬਾਰੇ ਮੈਨੂੰ ਬਹੁਤ ਆਦਮੀਆਂ ਨੇ ਆ ਕੇ ਦੱਸਿਆ ਹੈ, ਹੁਣ ਲੇਖਾ ਕਰਵਾ, ਪੂਰਾ ਹਿਸਾਬ ਕਿਤਾਬ ਸਾਨੂੰ ਦੇ। ਸੁਨੋ ਨਿਰਪਤ ਨਿਜ ਕਰੀਏ ਲੇਖਾ, ਦੇਹੋ ਦਰਬ ਨਿਕਸੇ ਮੁਝ ਸ਼ੇਖਾ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨਵਾਬ ਦੌਲਤ ਖਾਂ ਲੋਧੀ ਨੂੰ ਆਖਦੇ ਨੇ ਕਿ ਹੇ ਨਵਾਬ, ਜੇਕਰ ਤੁਹਾਨੂੰ ਇੰਨਾ ਹੀ ਦੁਨੀਆ ਦੇ ਬੰਦਿਆਂ ਦੇ ਉੱਤੇ ਭਰੋਸਾ ਹੈ, ਇਸ ਦੁਨੀਆ ਦੇ ਉੱਤੇ ਪੂਰਾ ਯਕੀਨ ਹੈ ਨਾ, ਤੁਸੀਂ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਫਸੇ ਹੋ, ਤਾਂ ਚਲੋ ਤੁਸੀਂ ਆਪਣੇ ਹੱਥਾਂ ਦੇ ਨਾਲ ਆਪ ਆਪਣੀ ਨਿਗਰਾਨੀ ਦੇ ਵਿੱਚ ਹੀ ਲੇਖਾ ਕਰ ਲਵੋ। ਬਣਤ ਪਿਛਣ ਤਬ ਨਿਰ ਨਾ ਕਰੀਏ, ਝੂਠ ਸਾਚ ਕੋ ਹਿਰਦੈ ਵਿਚਰੀਏ। ਕਹਿੰਦੇ ਜਿਹੜੇ ਵੀ ਤੁਹਾਨੂੰ ਚੁਗਲ ਆ ਕੇ ਚੁਗਲੀਆਂ ਕਰਦੇ ਸਨ, ਜਿਹੜੇ ਵੀ ਗੱਲਾਂ ਵਿਗਾੜ ਕੇ ਤੁਹਾਡੇ ਨਾਲ ਕਰਦੇ ਸਨ, ਉਹ ਸਾਰੀ ਗੱਲ ਦਾ ਕਹਿੰਦੇ ਨਿਰਣਾ ਕਰ ਲਵੋ। ਜਦੋਂ ਤੁਸੀਂ ਆਪਣੇ ਹੱਥੀਂ ਲੇਖਾ ਕਰੋਗੇ ਨਾ ਸੱਚ ਅਤੇ ਝੂਠ ਬਾਰੇ, ਫਿਰ ਆਪਣੇ ਹਿਰਦੇ ਦੇ ਵਿੱਚ ਵਿਚਾਰ ਕਰ ਲੈਣਾ। ਦੌਲਤ ਖਾਨ ਤਵੇ ਭੂਪਾਲਾ, ਇੱਕ ਬੁਲਾਏ ਲੇਖਕ ਤਤਕਾਲਾ। ਤੇ ਉਸੇ ਵੇਲੇ ਨਵਾਬ ਦੌਲਤ ਖਾਨ ਲੋਧੀ ਜੀ ਨੇ ਕਹਿੰਦੇ ਇੱਕ ਲੇਖਾਕਾਰ ਜਿਹੜਾ ਲੇਖਾ ਕਰਦਾ ਸੀ, ਜਿਹੜਾ ਪੂਰਾ ਹਿਸਾਬ ਕਿਤਾਬ ਕਰਦਾ ਸੀ, ਉਸ ਨੂੰ ਬੁਲਾਇਆ ਹੈ। ਬੋਲਿਓ ਤੇ ਸੋ ਸੰਖਿਆ ਕੀਜੈ, ਆਮਦ ਖਰਚ ਸਵੇ ਗਿਣ ਲੀਜੈ। ਤੇ ਫਿਰ ਉਸ ਨੂੰ ਬੁਲਾ ਕੇ ਬੋਲਿਆ ਗਿਆ ਵੀ ਭਾਈ ਜਿੰਨਾ ਵੀ ਆਮਦਨ ਅਤੇ ਖਰਚਾ ਹੈ, ਇਹ ਸਾਰਾ ਹਿਸਾਬ ਕਿਤਾਬ ਗਿਣ ਲਵੋ ਤੇ ਇਸ ਨੂੰ ਲਿਖਣਾ ਕਰੋ। ਬਹੁਤ ਦਿਵਸ ਕਾ ਹੈ ਜਿਹ ਲੇਖਾ, ਕਿਹ ਦਿਸ਼ ਨਿਕਸੇ ਸਰਸੇ ਸੇਖਾ। ਕਾਫੀ ਸਮੇਂ ਤੋਂ ਕਹਿੰਦੇ ਇਹ ਲੇਖਾ ਜੋਖਾ ਨਹੀਂ ਹੋਇਆ, ਬਹੁਤ ਸਮੇਂ ਤੋਂ ਇਹ ਹਿਸਾਬ ਕਿਤਾਬ ਨਹੀਂ ਹੋਇਆ। ਕਹਿੰਦੇ ਕਿਸ ਦਾ ਇਹ ਹਿਸਾਬ ਕਿਤਾਬ ਵੱਧਦਾ ਹੈ ਜਾਂ ਕਿੰਨਾ ਬਾਕੀ ਨਿਕਲਦਾ ਹੈ, ਇਹ ਸਾਰੀ ਵਿਚਾਰ ਕਰੋ।
आन आन तुम नीत उचारो, मोदी खोबत दरब तुमारो। नवाब दौलत खान लोधी उस भरी सभा ਦੇ ਵਿੱਚ ਆਖਦੇ ਨੇ, ਕਹਿੰਦੇ ਤੁਸੀਂ ਸਾਰੇ ਆ ਕੇ ਉਲਾਂਭੇ ਦਿੰਦੇ ਸੀ ਵੀ ਤੁਹਾਡਾ ਮੋਦੀ ਇਹ ਧਨ ਗਵਾ ਰਿਹਾ। ਕਹਿੰਦੇ ਹੁਣ ਆਓ ਰਲ ਮਿਲ ਕੇ ਸਾਰੀ ਵਿਚਾਰ ਕਰੀਏ, ਸਾਰਾ ਹਿਸਾਬ ਕਿਤਾਬ ਕਰੀਏ ਤੇ ਆਪ ਹੀ ਸਾਰਾ ਕੁਝ ਆਪਣੀਆਂ ਅੱਖਾਂ ਦੇ ਨਾਲ ਦੇਖ ਲਵੋ। ਲਿਓ ਸੰਭਾਰ ਰੀਤ ਆਪਣੀ ਕੀ, ਕਰੀਏ ਬਾਤ ਭਾਵਤੀ ਜੀ ਕੀ। ਉਹਨਾਂ ਸਾਰਿਆਂ ਨੂੰ ਆਖਿਆ ਗਿਆ, ਉਹਨਾਂ ਲੇਖਾਕਾਰਾਂ ਨੂੰ ਵੀ ਬੁਲਾ ਕੇ ਆਖਿਆ ਗਿਆ ਵੀ ਹੁਣ ਜਿਵੇਂ ਤੁਹਾਡਾ ਮਨ ਕਰਦਾ ਉਵੇਂ ਹੀ ਲੇਖਾ ਜੋਖਾ ਕਰ ਲਓ, ਉਵੇਂ ਹਿਸਾਬ ਕਿਤਾਬ ਕਰ ਲਓ। ਬਾਰ-ਬਾਰ ਮੇਰੇ ਕੋਲ ਆ ਕੇ ਇਹ ਗੱਲਾਂ ਕਰਨ ਦੀ ਲੋੜ ਨਹੀਂ। ਹੁਣ ਜਿਵੇਂ ਤੁਹਾਨੂੰ ਮਨ ਭਾਉਂਦਾ ਹੈ, ਜਿਵੇਂ ਤੁਹਾਡੇ ਮਨ ਨੂੰ ਚੰਗਾ ਲੱਗਦਾ, ਉਸੇ ਅਨੁਸਾਰ ਹਿਸਾਬ ਕਿਤਾਬ ਕਰ ਲਵੋ। ਨਵੀਂ ਸਿੰਧ ਸੁਣ ਜਾਤੋ ਰਾਈ, ਗੁਣਤ ਹਿਰਦੈ ਹੋਏ ਮਨ ਭਾਈ। ਨਵਾਬ ਦੌਲਤ ਖਾਨ ਲੋਧੀ ਨੇ ਹੁਣ ਜਾਦੋ ਰਾਏ ਨਾਂ ਦੇ ਇੱਕ ਮੁਨਸ਼ੀ ਨੂੰ ਬੁਲਾਇਆ। ਜਿਹੜਾ ਮੁਨਸ਼ੀ ਹੁਣ ਪੂਰਾ ਹਿਸਾਬ ਕਿਤਾਬ ਕਰਨ ਲਈ ਬੁਲਾਇਆ ਗਿਆ, ਉਹਦਾ ਨਾਮ ਆਇਆ ਭਾਈ ਜਾਦੋ ਰਾਏ। ਕਹਿੰਦੇ ਜਾਦੋ ਰਾਏ ਨੇ ਸਾਰੀ ਗੱਲ ਸੁਣੀ ਤੇ ਦਿਲ ਦੇ ਵਿੱਚ ਤਾਂ ਕਹਿੰਦੇ ਇਹੀ ਉਹ ਸੋਚ ਰਿਹਾ ਸੀ, ਇਹ ਸਾਰਾ ਕਾਰਜ ਤਾਂ ਕਹਿੰਦੇ ਮੇਰੇ ਦੁਆਰਾ ਹੀ ਹੋਇਆ, ਇਹ ਸਾਰਾ ਕੁਝ ਤਾਂ ਮੇਰੀ ਮਰਜ਼ੀ ਦੇ ਅਨੁਸਾਰ ਹੀ ਹੋਇਆ, ਕਿਉਂਕਿ ਇਹ ਲੋਕਾਂ ਨੇ ਹੀ ਚੁਗਲੀਆਂ ਕੀਤੀਆਂ ਸਨ। ਤੇ ਨਵਾਬ ਦੌਲਤ ਖਾਨ ਲੋਧੀ ਨੇ ਵੀ ਆਖ ਦਿੱਤਾ ਵੀ ਭਾਈ ਜਿਨ੍ਹਾਂ ਦੇ ਮਨ ਦੇ ਵਿੱਚ ਸ਼ੰਕਾ ਸੀ ਨਾ, ਮਨ ਦੇ ਵਿੱਚ ਭਰਮ ਪੈਦਾ ਹੋਏ ਸਨ, ਉਹ ਸਾਰੇ ਹੁਣ ਆਪ ਰਲ ਮਿਲ ਕੇ ਲੇਖਾ ਕਰ ਲਵੋ। ਇਨ ਜੋ ਧਨ ਬਹੁ ਬਾਦ ਗਵਾਇਆ, ਉਠ ਨਾ ਦਿਓ ਲਿਓ ਇਹ ਥਾਇਆ। ਹੁਣ ਜਾਦੋ ਰਾਏ ਨਾਂ ਦਾ ਮੁਨਸ਼ੀ ਮਨ ਦੇ ਵਿੱਚ ਇਹ ਵਿਚਾਰ ਕਰਦਾ ਹੈ, ਮਨ ਦੇ ਵਿੱਚ ਇਹ ਫੁਰਨੇ ਪੈਦਾ ਕਰੀ ਬੈਠਾ ਵੀ ਭਾਈ ਇਹਨੂੰ ਹੁਣ ਮੈਂ ਉੱਠਣ ਨਹੀਂ ਦੇਣਾ ਇੱਥੋਂ। ਜਿੰਨਾ ਵੀ ਇਹਦਾ ਧਨ ਹੈ ਨਾ, ਧਨ ਗਵਾਇਆ ਹੈ, ਉਹ ਸਾਰਾ ਧਨ ਮੈਂ ਇਹਦੇ ਹਿੱਸੇ ਤੋਂ ਹੀ ਕਢਵਾਉਂਗਾ। ਹੁਣ ਇਹਨੂੰ ਮੈਂ ਛੇਤੀ ਕਿਤੇ ਇੱਥੋਂ ਜਾਣ ਨਹੀਂ ਦੇਵਾਂਗਾ। ਬਹੁਰ ਨਾ ਪੈਸੇ ਮੋਤੀ ਖਾਨੇ, ਦਈ ਨਾ ਰਿਸ਼ਵਤ ਹਮੇ ਨਾ ਜਾਣੇ। ਹੁਣ ਸਾਰੀ ਗੱਲ ਜਿਹੜੀ ਉਹ ਸਾਹਮਣੇ ਆ ਗਈ ਕਿ ਇਸ ਜਾਦੋ ਰਾਏ ਨਾਂ ਦੇ ਮੁਨਸ਼ੀ ਦੇ ਮਨ ਦੇ ਵਿੱਚ ਇੰਨੀ ਨਫ਼ਰਤ ਕਿਉਂ ਭਰੀ ਹੋਈ। ਕਹਿੰਦਾ ਦਈ ਨਾ ਰਿਸ਼ਵਤ ਹਮੇ ਨਾ ਜਾਣੇ। ਕਹਿੰਦਾ ਮੈਂ ਇਹਦੇ ਕੋਲ ਰਿਸ਼ਵਤ ਲੈਣ ਗਿਆ ਸੀ ਵੀ ਭਾਈ ਮੈਨੂੰ ਥੋੜੀ ਬਹੁਤੀ ਮਾਇਆ ਦੇ ਦੇ, ਮੈਂ ਜਦੋਂ ਹਿਸਾਬ ਕਿਤਾਬ ਹੋਊਗਾ ਮੈਂ ਤੈਨੂੰ ਬਚਾ ਲਵਾਂਗਾ। ਹੁਣ ਜਿਹੜਾ ਇਨਸਾਨ ਸੱਚਾ ਹੋਵੇ ਨਾ, ਉਹਨੂੰ ਕਿਸੇ ਚੀਜ਼ ਦਾ ਡਰ ਨਹੀਂ ਹੁੰਦਾ। ਆਮ ਤੌਰ ਦੇ ਉੱਤੇ ਸਾਡੀ ਜ਼ਿੰਦਗੀ ਦੇ ਵਿੱਚ ਵੀ ਇਹ ਸਾਰਾ ਕੁਝ ਵਾਪਰਦਾ ਹੈ। ਕਿਤੇ ਅਸੀਂ ਰਸਤੇ ਦੇ ਉੱਤੇ ਆਪਣੇ ਸਾਧਨ ਦੇ ਉੱਤੇ ਸਫ਼ਰ ਕਰਦੇ ਹੋਈਏ ਨਾ, ਜਿਨ੍ਹਾਂ ਲੋਕਾਂ ਦੇ ਕੋਲ ਆਪਣੀ ਗੱਡੀ ਦੇ ਜਾਂ ਆਪਣੇ ਮੋਟਰਸਾਈਕਲ ਦੇ ਕਾਗਜ਼ ਨਾ ਪੂਰੇ ਹੋਣ ਨਾ, ਉਹ ਪੁਲਿਸ ਵਾਲੇ ਨੂੰ ਦੇਖ ਕੇ, ਟ੍ਰੈਫਿਕ ਪੁਲਿਸ ਵਾਲਿਆਂ ਨੂੰ ਦੇਖ ਕੇ ਆਪਣੇ ਆਪ ਤਰੇੜੀਆਂ ਆ ਜਾਂਦੀਆਂ। ਜਿਨ੍ਹਾਂ ਦੇ ਕੋਲ ਸਾਰੇ ਕਾਗਜ਼ ਪੂਰੇ ਨੇ, ਉਹ ਆਪ ਕਹਿਣਗੇ ਭਾਈ ਕਰ ਲਾ ਜੋ ਕਰਨਾ, ਮੇਰੇ ਕੋਲ ਤਾਂ ਸਾਰੇ ਕਾਗਜ਼ਾਤ ਹੀ ਪੂਰੇ ਨੇ। ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੂੰ ਇਹ ਪਤਾ ਵੀ ਭਾਈ ਅਸੀਂ ਕੁਝ ਵੱਧ ਘੱਟ ਕੀਤਾ ਹੀ ਨਹੀਂ, ਅਸੀਂ ਜੋ ਕੁਝ ਵੀ ਸੀ ਉਸ ਵਿਧੀ ਵਿਧਾਨ ਦੇ ਅਨੁਸਾਰ ਇਹ ਸਾਰਾ ਕਾਰਜ ਕਰ ਰਹੇ ਸਾਂ, ਤੇ ਫਿਰ ਹੁਣ ਇਹ ਜਿਹੜਾ ਬੰਦਾ ਰਿਸ਼ਵਤ ਲੈਣ ਆਇਆ ਹੈ ਤੇ ਇਹਨੂੰ ਰਿਸ਼ਵਤ ਦੇਣੀ ਕਿਉਂ ਹੈ? ਤੇ ਉਹ ਆਖਦਾ ਵੀ ਭਾਈ ਹੁਣ ਇਹਨੇ ਮੈਨੂੰ ਜਦੋਂ ਰਿਸ਼ਵਤ ਲੈਣ ਗਿਆ ਸੀ ਮੈਨੂੰ ਰਿਸ਼ਵਤ ਨਹੀਂ ਨਾ ਦਿੱਤੀ। ਕਹਿੰਦਾ ਇਹ ਮੈਨੂੰ ਜਾਣਦਾ ਨਹੀਂ, ਮੈਂ ਕੀ ਕਰ ਸਕਦਾ। ਤੇ ਇਸੇ ਕਰਕੇ ਹੁਣ ਉਹ ਮਨ ਦੇ ਵਿੱਚ ਵਿਚਾਰ ਕਰਦਾ, ਕਹਿੰਦਾ ਮੈਂ ਇੱਥੋਂ ਤੱਕ ਹਿਸਾਬ ਕਿਤਾਬ ਕਰ ਦੇਵਾਂਗਾ ਕਿ ਇਹ ਮੁੜ ਕੇ ਮੋਦੀ ਖਾਨੇ ਬੈਠਣ ਜੋਗਾ ਨਾ ਰਹੇ। ਮਿਲ ਵੈਸੇ ਦੋਨੋਂ ਇੱਕ ਥਾਨਾ, ਲੇਖਾ ਹੋਵਣ ਲੱਗੋ ਮਹਾਨਾ। ਹੁਣ ਜਾਦੋ ਰਾਏ ਮੁਨਸ਼ੀ ਅਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਇੱਕ ਅਸਥਾਨ ਦੇ ਉੱਤੇ ਬੈਠ ਗਏ ਨੇ, ਇੱਕ ਥਾਂ ਦੇ ਉੱਤੇ ਬੈਠ ਗਏ ਨੇ। ਕਹਿੰਦੇ ਮਹਾਨ ਲੇਖਾ ਹੋਵਣ ਲੱਗਾ ਹੈ, ਪ੍ਰਥਮ ਲਿਖਾਇਓ ਆਮਦ ਦਰਬਾ, ਲਿਓ ਨਿਰਪਤ ਟਿਕਤੇ ਜੋ ਸਰਬਾ। ਕਹਿੰਦੇ ਪਹਿਲਾਂ ਸਾਰਾ ਉਹ ਧਨ ਲਿਖਾਇਆ ਗਿਆ, ਜਿਹੜੀ ਆਮਦਨ ਹੋਈ ਸੀ, ਜਿਹੜੀ ਬਚਤ ਹੋਈ ਸੀ, ਜਿਹੜੀ ਕਮਾਈ ਹੋਈ ਸੀ, ਪਹਿਲਾਂ ਉਹ ਸਾਰਾ ਹਿਸਾਬ ਕਿਤਾਬ ਲਿਖਾਇਆ ਗਿਆ। ਲਿਓ ਨਿਰਪਤ ਟਿਕਤੇ ਜੋ ਸਰਬਾ, ਨਿਰਪਤ ਦਾ ਭਾਵ ਹੈ ਰਾਜੇ ਨੇ। ਕਹਿੰਦੇ ਜਿਹੜੇ ਰਾਜੇ ਨੇ, ਭਾਵ ਨਵਾਬ ਨੇ, ਜਿਹੜਾ ਧਨ ਪਹਿਲਾਂ ਹੀ ਆਪਣੇ ਕੋਲ ਲੈ ਲਿਆ ਸੀ, ਆਪ ਪ੍ਰਾਪਤ ਕਰ ਲਿਆ ਸੀ, ਉਹ ਆਮਦਨ ਦਾ ਸਾਰਾ ਧਨ ਸਭ ਤੋਂ ਪਹਿਲਾਂ ਲਿਖਾਇਆ ਗਿਆ। ਲਿਖਣ ਲੱਗੇ ਪੁਨ ਖਰਚ ਮਹਾਨਾ, ਜਿਹ ਕੋ ਅੰਤ ਕਠਨ ਵਿਦ ਜਾਨਾ। ਕਹਿੰਦੇ ਫਿਰ ਬਾਅਦ ਦੇ ਵਿੱਚ ਜੋ ਕੁਝ ਖਰਚਾ ਹੋਇਆ ਸੀ ਉਹ ਕੁਝ ਲਿਖਣ ਲੱਗੇ। ਜਿਹੜਾ ਵੀ ਹੁਣ ਖਰਚਾ ਹੋਇਆ ਹੈ ਉਹ ਸਾਰਾ ਲੇਖਾ ਜੋਖਾ ਹੁਣ ਲਿਖਣ ਲੱਗੇ ਨੇ,
ਜੇ ਕੋ ਅੰਤ ਕਠਨ ਵਿਦ ਜਾਣਾ, ਜਿਸ ਨੂੰ ਅਖੀਰ ਵਿੱਚ ਬੜੀ ਮੁਸ਼ਕਲ ਦੇ ਨਾਲ ਕਹਿੰਦੇ ਸਮਝਾਇਆ ਗਿਆ। ਮਹਾ ਕੁਟਿਲ ਬਹੁ ਪਾਈ ਅਰਾਵਨ, ਕਰੂਰ ਬਚਨ ਕਹਿ ਹਿਤ ਡਰਾਵਨ। ਹੁਣ ਉਹ ਮੁਨਸ਼ੀ ਬੜੀ ਵਾਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਭੈੜੇ ਭੈੜੇ ਬਚਨ ਵੀ ਕਰਦਾ ਹੈ, ਭੈੜੇ ਭੈੜੇ ਲਫ਼ਜ਼ ਵੀ ਆਖਦਾ ਹੈ, ਤੇ ਭੈੜੇ ਲਫ਼ਜ਼ਾਂ ਦੇ ਨਾਲ ਕਹਿੰਦੇ ਬਾਰ-ਬਾਰ ਡਰਾਉਣਾ ਵੀ ਕਰਦਾ ਹੈ। ਗਰਭ ਕਰਹਿ ਜਿਉ ਰਿੰਗਣ ਜੋਤੀ, ਰਵੇ ਦਬਾਵੇ ਨਿਜੇ ਉਦੋਤੀ। ਕਹਿੰਦੇ ਉਸ ਮੁਨਸ਼ੀ ਦੇ ਵਿੱਚ ਇੰਨਾ ਕੁ ਘਮੰਡ ਹੈ ਕਿ ਜਿਵੇਂ ਆਮ ਤੌਰ ਦੇ ਉੱਤੇ ਇੱਕ ਜੁਗਨੂ ਹੁੰਦਾ ਹੈ ਨਾ, ਰਾਤ ਦੇ ਸਮੇਂ ਜਿਵੇਂ ਅਸੀਂ ਦੇਖਦੇ ਹਾਂ ਵੀ ਇੱਕ ਮੱਖੀ ਦੇ ਬਾਗ ਹੁੰਦਾ ਵੀ ਰਾਤ ਨੂੰ ਉਸ ਦੇ ਵਿੱਚ ਕੁਝ ਕੁ ਚੀਜ਼ ਚਮਕਦਾਰ ਹੁੰਦੀ, ਤੇ ਕਹਿੰਦੇ ਇਸ ਮੁਨਸ਼ੀ ਦੇ ਵਿੱਚ ਇੰਨਾ ਘਮੰਡ ਹੈ ਜਿਵੇਂ ਉਹ ਜੁਗਨੂ ਜਗਦਾ ਹੈ ਤੇ ਉਹਨੂੰ ਇਹ ਹੁੰਦਾ ਵੀ ਮੈਂ ਭਾਈ ਸੂਰਜ ਦੀ ਰੋਸ਼ਨੀ ਖਤਮ ਕਰ ਦੇਵਾਂਗਾ, ਮੇਰੇ ਵਿੱਚ ਇੰਨਾ ਪ੍ਰਤਾਪ ਹੈ, ਇੰਨੀ ਰੋਸ਼ਨੀ ਹੈ। ਹੁਣ ਇਹਦੇ ਵਿੱਚ ਵੀ ਕਹਿੰਦੇ ਇੰਨਾ ਘਮੰਡ ਹੈ, ਤੇ ਉਹ ਘਮੰਡ ਇੰਨਾ ਕੁ ਵੱਧ ਗਿਆ ਵੀ ਇਹ ਆਖਦਾ ਵੀ ਮੈਂ ਤਾਂ ਇਸ ਬੰਦੇ ਦੀਆਂ ਕਿਤੇ ਵੀ ਟਿਕਣ ਨਹੀਂ ਦੇਵਾਂਗਾ, ਮੁੜ ਕੇ ਇਹਨੂੰ ਮੋਦੀਖਾਨੇ ਬੈਠਣ ਜੋਗਾ ਨਹੀਂ ਛੱਡਾਂਗਾ। ਮਹਾਮੰਦ ਮਤ ਜਾਣੇ ਨਾਹੀ, ਏ ਕਰਤਾਰ ਰੂਪ ਪਵ ਮਾਹੀ। ਪਰ ਕਹਿੰਦੇ ਮੂਰਖ ਇਹ ਨਹੀਂ ਜਾਣਦਾ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਸ ਸੰਸਾਰ ਦੇ ਵਿੱਚ ਤਾਂ ਆਪ ਕਰਤਾਰ ਦੇ ਸਰੂਪ ਹਨ। ਪੰਜ ਦਿਵਸ ਲੋ ਲੇਖਾ ਭਾਰਾ, ਕਰਤ ਬਾਤ ਬੋ ਲਿਖਿਓ ਗਵਾਰਾ। ਤੇ ਕਹਿੰਦੇ 5 ਦਿਨ ਦਾ ਸਮਾਂ ਲੱਗ ਗਿਆ, ਵਾਰ-ਵਾਰ ਲੇਖਾ ਕੀਤਾ ਗਿਆ, ਵਾਰ-ਵਾਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੁਣ ਆਪਣਾ ਪੱਖ ਰੱਖ ਕੇ ਉਹਨੂੰ ਸਮਝਾਉਣਾ ਕਰਦੇ ਨੇ। ਤੇ ਕਹਿੰਦੇ ਪਰ ਉਸ ਮੂਰਖ ਨੇ ਝਗੜਾ ਕਰਕੇ ਕਹਿੰਦੇ ਬਹੁਤ ਕੁਝ ਆਪਣੇ ਕੋਲੋਂ ਲਿਖਣ ਦਾ ਵੀ ਯਤਨ ਕੀਤਾ ਸੀ। ਗਿਨੇ 3 ਸਹਿ ਪੋਹਰ 21, ਲੈਨੇ ਸੇਖੂ ਸ੍ਰੀ ਜਗਦੀਸਾ। ਕਹਿੰਦੇ ਇੰਨਾ ਕੁਝ ਲਿਖਣ ਦੇ ਬਾਵਜੂਦ ਆਪਣੇ ਵੱਲੋਂ ਹਿਸਾਬ ਕਿਤਾਬ ਜਦੋਂ ਉਹਨੇ ਵਿਗਾੜਨ ਦਾ ਯਤਨ ਕੀਤਾ, ਫਿਰ ਵੀ ਕਹਿੰਦੇ ਜਦੋਂ ਪੂਰਾ ਹਿਸਾਬ ਕਿਤਾਬ ਕੀਤਾ ਗਿਆ, ਗਿਨੇ 3 ਸਹਿ 300 ਬਹੁਰ 21, 21 ਦਾ ਭਾਵ 21। ਕਹਿੰਦੇ ਫਿਰ ਜਦੋਂ ਸਾਰਾ ਲੇਖਾ ਜੋਖਾ ਕੀਤਾ ਗਿਆ, ਫਿਰ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਹਿੱਸੇ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਵੱਲ 321 ਰੁਪਏ ਦਾ ਵਾਧਾ ਹੋਇਆ ਹੈ। ਪੂਰਬੇ ਸੂਰਤ ਮੂਰਖ ਮਾਨੀ, ਬੂੜ ਗਿਓ ਤਤ ਛਿਨ ਬਿਨ ਪਾਨੀ। ਕਹਿੰਦੇ ਜਦੋਂ ਮੂਰਖ ਮੁਨਸ਼ੀ ਨੇ ਸਾਰਾ ਕੁਝ ਦੇਖਿਆ, ਆਪਣੇ ਹੱਥਾਂ ਦੇ ਨਾਲ ਲੇਖਾ ਜੋਖਾ ਕੀਤਾ ਹੈ, ਆਪ ਹਿਸਾਬ ਕਿਤਾਬ ਦੇਖਿਆ ਹੈ, ਤੇ ਮਨ ਦੇ ਵਿੱਚ ਬਹੁਤ ਦੁੱਖ ਹੋਇਆ ਵੀ ਮੈਂ ਤਾਂ ਇਸ ਬੰਦੇ ਨੂੰ ਦਬਾਉਣਾ ਚਾਹੁੰਦਾ ਸੀ, ਮੈਂ ਤਾਂ ਇਹਨੂੰ ਇਹ ਦੱਸਣਾ ਚਾਹੁੰਦਾ ਸੀ ਵੀ ਇਹ ਜਾਣਦਾ ਨਹੀਂ ਮੈਂ ਕੌਣ ਹੈ। ਕਹਿੰਦਾ ਇਹ ਤਾਂ ਸਾਰੀ ਗੱਲ ਹੁਣ ਉਲਟੀ ਪੈ ਗਈ, ਜਿਹੜਾ ਧਨ ਘਟਣਾ ਚਾਹੀਦਾ ਸੀ ਉਹ ਤਾਂ ਸਮਾਂ ਇੰਨੀ ਰਾਸ਼ੀ ਵੱਧ ਨਿਕਲੀ ਹੈ। ਮਮ ਅਬਿਲਾਖਾ ਰਾਖਣ ਊਰਾ, ਸੇਖ ਨਿਕਾਸੇ ਭਇਓ ਨਾ ਪੂਰਾ। ਤੇ ਕਹਿੰਦਾ ਮੇਰੀ ਤਾਂ ਇਹ ਖੁਆਇਸ਼ ਸੀ ਕਿ ਮੈਂ ਇਹਨੂੰ ਘਾਟੇ ਦੇ ਵਿੱਚ ਲੈ ਕੇ ਜਾਵਾਂਗਾ, ਇਹਦੇ ਪੱਲਿਓਂ ਧਨ ਕਢਾਵਾਂਗਾ, ਪਰ ਕਹਿੰਦੇ ਇਸ ਨੇ ਤਾਂ ਨਵਾਬ ਵਾਲਾ ਬਾਕੀ ਕੱਢ ਲਿਆ। ਜਿਹੜਾ ਨਵਾਬ ਨੂੰ ਦਿੱਤੇ ਸੀ ਨਾ ਆਮਦਨ ਵਾਲੇ ਪੈਸੇ, ਇਹ ਤਾਂ ਉਹਨਾਂ ਵਿੱਚੋਂ ਵੀ ਬਾਕੀ ਦੇ ਪੈਸੇ ਆਪ ਲੈ ਗਿਆ ਹੈ। ਬਾਰ ਬਾਰ ਨਿਰਪਤੇ ਧਨ ਲੀਨਾ, ਨਿਸ ਦਿਨ ਅਧਿਕ ਲੁਟਾਵਨ ਕੀਨਾ। ਕਹਿੰਦੇ ਇਸ ਮੋਦੀ ਨੇ ਬਾਰ-ਬਾਰ ਨਵਾਬ ਦੇ ਕੋਲੋਂ ਧਨ ਪ੍ਰਾਪਤ ਕੀਤਾ ਹੈ ਤੇ ਦਿਨ ਰਾਤ ਲੁਟਾਉਂਦਾ ਵੀ ਰਿਹਾ ਹੈ। ਲੇਨ ਹਾਰ ਤਨ ਰਹਿਓ ਬਹੋਰੀ, ਅਚਜ ਲਖ ਨਾ ਸਕਤ ਮਤ ਮੋਰੀ। ਕਹਿੰਦੇ ਫਿਰ ਵੀ ਗੁਰੂ ਜੀ ਲੈਣ ਹਾਰ ਨਿਕਲੇ। ਮੈਂ ਤਾਂ ਇਹਨਾਂ ਨੂੰ ਸਮਝਿਆ ਸੀ ਵੀ ਇਹਨਾਂ ਦੇ ਕੋਲੋਂ ਧਨ ਮੈਂ ਕਢਾਵਾਂਗਾ, ਪਰ ਕਹਿੰਦੇ ਫਿਰ ਵੀ ਲੇਖਾ ਜੋਖਾ ਕਰਨ ਤੋਂ ਇਹ ਨਵਾਬ ਦੇ ਕੋਲੋਂ ਧਨ ਪ੍ਰਾਪਤ ਕਰਕੇ ਲੈ ਗਏ। ਕਹਿੰਦਾ ਮੇਰੀ ਮੂਰਖ ਮਤ ਸੀ, ਮੈਂ ਸਮਝ ਨਹੀਂ ਸਕਿਆ ਵੀ ਇਹਨਾਂ ਦੇ ਕੌਤਕ ਕੀ ਨੇ, ਇਹ ਅਸਚਰਜ ਕੌਤਕ ਜਿਹੜੇ ਨੇ ਮੈਂ ਇਹਨਾਂ ਨੂੰ ਸਮਝ ਨਹੀਂ ਸਕਿਆ। ਗਮਨਿਓ ਸਦਨ ਬਦਨ ਬਹੁ ਲਾਜਾ, ਦਇਓ ਨਾ ਉੱਤਰ ਕੋਟਿਗ ਰਾਜਾ। ਜਿਹੜੇ ਮੁਨਸ਼ੀ ਨੇ ਜਾਦੋ ਰਾਏ ਨੇ ਹੁਣ ਚੁਗਲੀਆਂ ਕੀਤੀਆਂ ਸਨ, ਜਿਹਨੂੰ ਨਵਾਬ ਦੌਲਤ ਖਾਂ ਲੋਧੀ ਨੇ ਆਪ ਆਖਿਆ ਸੀ ਵੀ ਭਾਈ ਹੁਣ ਤੂੰ ਆਪ ਇਹ ਹਿਸਾਬ ਕਿਤਾਬ ਕਰ ਲਾ। ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਹਿੱਸੇ ਇੰਨੀ ਨਕਦ ਰਾਸ਼ੀ ਨਿਕਲਦੀ ਹੈ ਨਾ, ਤਾਂ ਬੜਾ ਪਰੇਸ਼ਾਨ ਹੋ ਕੇ ਆਪਣੇ ਘਰ ਨੂੰ ਵਾਪਸ ਚਲਾ ਗਿਆ। ਤੇ ਕਹਿੰਦੇ ਨਵਾਬ ਪਾਸ ਜਾ ਕੇ ਉਸਨੇ ਕੋਈ ਉੱਤਰ ਨਾ ਦਿੱਤਾ।
आपने अपनी पंकज लोचन, आन विराजे बंद में मोचन। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਵਾਪਸ ਆਪਣੀ ਹੱਟੀ ਦੇ ਉੱਤੇ ਆ ਕੇ ਬਿਰਾਜਮਾਨ ਹੋ ਜਾਂਦੇ ਨੇ। ਇੱਥੋਂ ਤੱਕ ਦੀ ਵਿਚਾਰ ਅਸੀਂ ਅੱਜ ਦੇ ਦੀਵਾਨਾਂ ਦੇ ਵਿੱਚ ਸਰਵਣ ਕਰ ਚੁੱਕੇ ਹਾਂ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਜਿਹੜੇ ਨਵਾਬ ਦੇ ਮਨ ਦੇ ਵਿੱਚ ਸ਼ੰਕੇ ਪੈਦਾ ਹੋਏ ਸਨ, ਭਰਮ ਪੈਦਾ ਹੋਏ ਸਨ, ਤੇ ਨਾਲ ਹੀ ਨਾਲ ਜੈ ਰਾਮ ਜੀ ਦੇ ਮਨ ਦੇ ਵਿੱਚ ਵੀ ਅਨੇਕਾਂ ਤਰ੍ਹਾਂ ਦੇ ਭਰਮ ਪੈਦਾ ਹੋਏ ਸਨ। ਉਹ ਸਾਰੇ ਦੇ ਸਾਰੇ ਭਰਮ, ਸਾਰੇ ਦੇ ਸਾਰੇ ਸ਼ੰਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਹਿਸਾਬ ਕਿਤਾਬ ਕੀਤਾ ਹੈ, ਉਹ ਸਾਰੇ ਦੇ ਸਾਰੇ ਦੂਰ ਹੋ ਗਏ ਨੇ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਹਿੱਸੇ ਹੁਣ 321 ਰੁਪਏ ਰਜਤਪਣ ਦੀ ਰਾਸ਼ੀ ਜਿਹੜੀ ਹੈ ਉਹ ਨਿਕਲਦੀ ਹੈ। ਇੱਥੋਂ ਤੱਕ ਦਾ ਅਸੀਂ ਵਿਚਾਰਾਂ ਅੱਜ ਦੇ ਦੀਵਾਨਾਂ ਦੇ ਵਿੱਚ ਸਰਵਣ ਕਰ ਚੁੱਕੇ ਹਾਂ। ਰਹਿੰਦੀਆਂ ਵਿਚਾਰਾਂ ਅਸੀਂ ਅਗਲੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਵਿਚਾਰਾਂ ਕਰਦਿਆਂ ਭੁੱਲਾਂ ਚੁੱਕਾਂ ਹੋ ਜਾਣੀਆਂ ਸੁਭਾਵਿਕ ਨੇ। ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ, ਬਖਸ਼ਣਾ ਹੈ। ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।